Good morning, students. This is your math class. So let us start the class. Subject है अपना math, class 10th, and our today's topic is applications of BPT, or we can say that applications of Thales theorem. Exercise है अपनी 6.2 exercise कर रहे हैं अपन 6.1 ਦੀ ਤੁਹਾਨੂੰ ਮੈਂ PDF ਭੇਜ ਦਵਾਂਗਾ ਬਿਕੋਜ਼ ਉਸ ਦੇ ਵਿੱਚ ਫਿਲ ਇਨ ਦੀ ਬਲੈਂਕਸ ਹੀ ਨੇ ਜੋ ਬਹੁਤ ਜ਼ਿਆਦਾ ਈਜੀ ਨੇ। ਠੀਕ ਹੈ ਜੀ। ਸੋ ਸੈਕਿੰਡ ਵਿੱਚ ਕੀ ਜੀ ਆਪਣੇ ਕੋਲ ਫਸਟ ਆ ਮੈਂ ਐਕਸਰਸਾਈਜ਼ 6.2 ਦਾ ਇਨ ਫਿਗਰ DE ਇਜ਼ ਪੈਰਲਲ ਟੂ BC। DE ਕੀ ਦੀ ਪੈਰਲਲ ਜੀ BC ਦੇ। ਫਾਈਂਡ EC, ਆਪਾਂ EC ਕੀ ਹੈ ਜੀ ਫਾਈਂਡ ਕਰਨੀ ਹੈ। ਇਸ ਐਕਸਰਸਾਈਜ਼ ਵਿੱਚ ਆਪਾਂ EC ਪਾਰਟ ਆ ਜੋ ਫਾਈਂਡ ਕਰਨਾ। ਹੁਣ ਆਪਣੇ ਕੋਲ ਗਿਵਨ ਕੀ ਹੈ ਦੇਖੋ, ਗਿਵਨ ਕੀ ਹੈ DE ਇਜ਼ ਪੈਰਲਲ ਟੂ BC, ਇਹ ਆਪਣੇ ਕੋਲ ਗਿਵਨ ਦੇ ਵਿੱਚ। ਠੀਕ ਹੈ ਜੀ। ਸੋ ਆਪਾਂ ਗਿਵਨ ਦੇ ਵਿੱਚ ਜੇ ਆਪਾਂ ਇਸ ਨੂੰ ਗਿਵਨ ਦੇ ਵਿੱਚ ਵੀ ਲਿਖਦੇ ਹਾਂ, ਠੀਕ ਹੈ, ਤਾਂ ਗਿਵਨ ਦੇ ਵਿੱਚ ਕੀ ਆ ਜਾਂਦਾ ਆਪਣੇ ਕੋਲ ਦੇਖੋ, ਗਿਵਨ ਦੇ ਵਿੱਚ ਕੀ ਹੈ ਜੋ DE ਲਾਈਨ ਹੈ DE ਇਜ਼ ਪੈਰਲਲ ਟੂ BC ਹੈ। ਠੀਕ ਹੈ ਜੀ। DE ਲਾਈਨ BC ਦੇ ਬਿਲਕੁਲ ਪੈਰਲਲ ਹੈ। ਸੋ ਜਦੋਂ ਇਹਦੇ ਬਿਲਕੁਲ ਪੈਰਲਲ ਹੈ ਤਾਂ ਹੁਣ ਦੇਖੋ ਆਪਣੇ ਕੋਲ ਥੇਲਜ਼ ਥਿਊਰਮ ਦੇ ਅਕੋਰਡਿੰਗ ਕੀ ਸੀ, BPT ਦੇ ਅਕੋਰਡਿੰਗ ਕੀ ਸੀ, BC ਦੇ ਪੈਰਲਲ ਜੇ DE ਹੋਵੇ ਤਾਂ ਇਹਨਾਂ ਦੀ ਰੇਸ਼ੋ ਜੋ ਬਿਲਕੁਲ ਕੀ ਹੁੰਦੀ ਸੀ, ਸੇਮ ਹੁੰਦੀ ਸੀ। AD/DB ਇਜ਼ ਇਕੁਅਲ ਟੂ AE/EC ਹੁੰਦਾ ਸੀ। ਇਹ ਗਿਵਨ ਹੈ। ਸੋ ਬਾਈ ਯੂਜ਼ਿੰਗ BPT ਲਿਖ ਸਕਦੇ ਹੋ, ਚਾਹੇ ਲਿਖ ਦਿਓ ਬਾਈ ਯੂਜ਼ਿੰਗ ਥੇਲਜ਼ ਥਿਊਰਮ। ਠੀਕ ਹੈ ਜੀ। ਥੇਲਜ਼ ਥਿਊਰਮ ਨੂੰ ਯੂਜ਼ ਕੀਤਾ ਆਪਾਂ ਤਾਂ AD/DB that is equal to AE/EC, ਦੋਵਾਂ ਦੀ ਸਾਈਡਾਂ ਦੀ ਪ੍ਰਪੋਰਸ਼ਨ ਲਾਤੀ ਜੀ ਆਪਣੇ ਕੋਲ। ਸੋ ਹੁਣ ਨੈਕਸਟ ਕੀ ਆਪਾਂ ਇਹਦੀ ਵੈਲਿਊ ਪੁੱਟ ਕਰ ਦਾਂਗੇ। AD ਵੈਲਿਊ ਕੀ 1.5, DB ਦੀ ਵੈਲਿਊ ਕਿੰਨੀ ਹੈ ਜੀ 3, AE ਦੀ ਵੈਲਿਊ ਕਿੰਨੀ ਆ 1, EC ਆਪਾਂ ਫਾਈਂਡ ਕਰਨਾ। ਸੋ ਨਾਓ ਕ੍ਰੋਸ ਮਲਟੀਪਲਾਈ ਕਰ ਦਿਓ ਜੀ। EC ਇੰਟੂ 1.5 ਇੰਟੂ EC ਆ ਜਾਊਗਾ ਜੀ 1 ਇੰਟੂ 3 ਆ ਗਿਆ ਆਪਣੇ ਕੋਲ 1 ਇੰਟੂ 3। ਠੀਕ ਹੈ ਜੀ। EC ਦਾ ਇੱਧਰ ਇਕੱਲਾ EC ਰਹਿ ਜੂ ਕਿਉਂਕਿ EC ਇੱਧਰ ਮਲਟੀਪਲਾਈ ਸੀ 1.5 ਮਲਟੀਪਲਾਈ ਸੀ। ਸੋ ਇੱਧਰ ਅੱਗੇ 1.5 ਕਰੂਗੀ ਡਿਵਾਈਡ। ਸੋ ਇਹਦਾ ਪੁਆਇੰਟ ਰਿਮੂਵ ਕਰਨ ਲਈ ਉੱਪਰ ਆਪਾਂ 10 ਨਾਲ ਮਲਟੀਪਲਾਈ ਕਰ ਦਿੰਦੇ ਹਾਂ। 10 / 15 ਇਹ ਕਿੰਨਾ ਆ ਜਾਊਗਾ ਜੀ 30/15। ਇਟ ਮੀਨਸ EC ਕਿੰਨਾ ਆ ਗਿਆ ਜੀ ਕੱਟ ਕਰਕੇ 2। ਦੇਅਰਫੋਰ EC ਇਜ਼ ਇਕੁਅਲ ਟੂ 2 ਸੈਂਟੀਮੀਟਰ ਆ ਗਿਆ। ਸੋ ਇਸ ਤਰ੍ਹਾਂ ਆਪਾਂ ਜੀ BPT ਫਸਟ ਸਮ ਹੈ ਜਿਹੜਾ ਉਹ ਇਸ ਤਰ੍ਹਾਂ ਸੋਲਵ ਕਰਦੇ ਹਾਂ ਬਾਈ ਯੂਜ਼ਿੰਗ BPT। ਠੀਕ ਹੈ ਜੀ। ਸੈਕਿੰਡ ਸਮ ਸਿਮਿਲਰ ਹੈ ਬਟ ਕੀ ਉਹ ਤੁਸੀਂ ਖੁਦ ਸਟੂਡੈਂਟਸ ਟਰਾਈ ਕਰਨਾ ਹੈ ਕਿਉਂਕਿ ਇਹਦੇ ਵਿੱਚ ਡਿਫਰੈਂਸ ਕੋਈ ਨਹੀਂ। ਲਾਈਨ ਬਿਲਕੁਲ ਦੋ ਹੀ ਸੇਮ ਕੀ ਹੈ ਪੈਰਲਲ ਗਿਵਨ ਨੇ, ਲਾਈਨਸ ਆਰ ਗਿਵਨ ਨੇ ਆਪਣੇ ਕੋਲ। ਸਿਮਿਲਰਲੀ ਇਹੀ ਰਿਜ਼ਲਟ ਪ੍ਰੂਵ ਕਰਨਾ। ਵੈਲਿਊ ਕਿਹੜੀ ਜਿਹੜੀ ਨੇ ਗਿਵਨ ਨੇ ਵੈਲਿਊ ਪੁੱਟ ਕਰਕੇ ਨੈਕਸਟ ਆਪਾਂ ਫਾਈਂਡ ਕਰ ਦੇਣਾ ਜੀ। ਠੀਕ ਹੈ ਜੀ। ਹੁਣ ਸੈਕਿੰਡ ਪਾਰਟ ਦਾ ਕਰਦੇ ਹਾਂ ਆਪਾਂ ਅੱਗੇ। ਆਪਣੇ ਕੋਲ ਸੈਕਿੰਡ ਪਾਰਟ ਹੈ। ਸੋ ਸੈਕਿੰਡ ਸਮ ਜੀ ਆਪਣੇ ਕੋਲ E ਐਂਡ F ਆਰ ਪੁਆਇੰਟਸ ਔਨ ਸਾਈਡਸ ਆਫ PQ ਐਂਡ PR। E ਅਤੇ F ਪੁਆਇੰਟ ਨੇ, E ਐਂਡ F ਆਰ ਪੁਆਇੰਟਸ PQ ਸਾਈਡ 'ਤੇ ਇੱਕ PR ਸਾਈਡ 'ਤੇ ਆ ਆਫ ਅ ਟ੍ਰਾਇੰਗਲ PQR। ਵੀ ਹੈਵ ਟੂ ਸਟੇਟ ਵੈਦਰ EF ਇਜ਼ ਪੈਰਲਲ ਟੂ QR। ਆਪਾਂ ਚੈੱਕ ਕਰਨਾ ਵੀ EF ਪੈਰਲਲ ਹੈਗੀ ਹੈ QR ਦੇ ਔਰ ਨੋਟ। ਫਸਟ ਟਰਮ ਦੇ ਵਿੱਚ ਦੇਖੋ ਆਪਾਂ ਨੂੰ ਕੀ ਤਾਂ PE ਇਜ਼ ਇਕੁਅਲ ਟੂ 3.9। PE ਹੈ ਜੋ ਕੀ ਆਪਣੇ ਕੋਲ 3.9 ਹੈ 3.9 ਹੈ। ਠੀਕ ਹੈ ਜੀ। EQ ਕਿੰਨੀ ਹੈ ਜੀ 3 ਸੈਂਟੀਮੀਟਰ ਹੈ। PF 3.6 ਹੈ ਐਂਡ FR ਇਜ਼ ਇਕੁਅਲ ਟੂ 2.4 ਹੈ। ਠੀਕ ਹੈ ਜੀ। ਤਾਂ ਇਹ ਆਪਣੇ ਕੋਲ ਗਿਵਨ ਤਾਂ ਆ ਗਈਆਂ। ਸੋ ਆਪਾਂ ਇੱਥੇ ਵੈਦਰ ਚੈੱਕ ਕਰਨਾ ਆਪਾਂ। ਸੋ ਆਪਣੇ ਕੋਲ ਕੀ ਹੈ ਇਹਨਾਂ ਦੋਹਾਂ ਤੋਂ ਪਹਿਲਾਂ ਰੇਸ਼ੋ ਫਾਈਂਡ ਕਰ ਲਓ ਜੀ। ਆਪਾਂ ਸੋਲਿਊਸ਼ਨ ਦੇ ਵਿੱਚ ਕੀ ਕਰਨਾ ਜੀ ਇਹਨਾਂ ਦੀ ਰੇਸ਼ੋ ਫਾਈਂਡ ਕਰਨੀ। ਆਪਣੇ ਕੋਲ ਗਿਵਨ ਕੀ ਹੈ ਉਹ ਆਪਣੇ ਕੋਲ ਵੈਲਿਊਜ਼ ਗਿਵਨ ਨੇ।
ठीक है जी। ਹੁਣ ਆਪਾਂ ਫਸਟ ਆਲ ਕਰੀਏ ਪੀ ਈ अपॉन ई क्यू ਦੀ ਇਹਦੀ ਦੋਹਾਂ ਦੀ ਰੇਸ਼ੋ ਫਾਈਂਡ ਕਰ ਲਈਏ। ਦੇਖੋ 3.9 अपॉन 3, ठीक है जी। 3/9.3 ਤਾਂ ਇਹ ਵੈਲਿਊ ਆਪਣੇ ਕੋਲ ਕੱਟ ਕੇ ਕਿੰਨੀ ਆ ਜੀ 1.3 ਹੈਗੀ। ਜੇ ਆਪਾਂ ਨੂੰ ਕੈਂਸਲ ਕਰਦੇ ਹਾਂ ਤਾਂ 1.3 ਆ ਜੂ। ਸਿਮਿਲਰਲੀ ਕਿ ਜੀ ਰਾਈਟ ਹੈਂਡ ਵਾਲੀ ਫਾਈਂਡ ਕਰ ਲਓ ਪੀ ਐਫ अपॉन एफ आर, ठीक है जी। पी एफ अपॉन एफ आर एक ही इक्वल है 3.6 अपॉन 2.4। इन्होंने डिवाइड कर लो जी, इन्होंने आप कैंसल भी करते हैं, ठीक है जी। तो भी अपने को कितना होंगे जी 1.5 यानी है 1.5, ठीक है जी। रेशो फाइंड करनी आप सो रेशो फाइंड करने तो बाद देखो जी अपने को हम पी ई की रेशो है जो रेशो ऑफ पी ई अपॉन ई क्यू नॉट इक्वल टू पी एफ अपॉन एफ आर। ये रेशो इक्वल नहीं है जो ये इक्वल नहीं है तो बाई कन्वर्स ऑफ थ्योरम ई एफ इज नॉट पैरेलल टू क्यू आर। तो क्यू आर देखिए जी बिल्कुल पैरेलल नहीं है। सो नैक्सट टर्म भी अपने को सेम ही इस तरह ही है। ਉਹਦੇ ਵਿੱਚ ਵੀ ਆਪਾਂ ਨੂੰ ਕੀ ਹੈ ਵੈਲਿਊ ਦਿੱਤੀ हमने, ਪਰ ਉਹਦੇ ਵਿੱਚ ਥੋੜ੍ਹੀ ਜਿਹੀ ਡਿਫਰੈਂਸ ਹੈ। ਇਹਦੇ ਵਿੱਚ ਆਪਾਂ ਨੂੰ ਡਾਇਰੈਕਟ ਵੈਲਿਊ ਨਹੀਂ ਗਿਵਨ ਹੈਗੀ। ਉਹਦੇ ਵਿੱਚ ਕੀ ਹੈ ਜੀ ਆਪਣੇ ਕੋਲ ਦੇਖੋ ਜੀ ਨੈਕਸਟ ਸਮ ਹੈ ਆਪਣੇ ਕੋਲ ਥਰਡ ਸਮ ਹੈ ਸਾਡੇ ਕੋਲ ਪੀ ਕਿਊ ਦਿੱਤਾ ਹੋਇਆ ਆਪਣੇ ਕੋਲ 1.2 ਸੈਂਟੀਮੀਟਰ ਪੀ ਕਿਊ ਟੋਟਲ ਦਿੱਤਾ ਐਂਡ ਪੀ ਆਰ ਦਿੱਤਾ ਹੋਇਆ 2.56 ਸੈਂਟੀਮੀਟਰ ਪੀ ਆਰ ਦਿੱਤਾ ਟੋਟਲ, ਠੀਕ ਹੈ ਜੀ। ਪੀ ਈ ਇੰਨਾ ਗਿਵਨ ਸਿਰਫ 0.18 ਸੈਂਟੀਮੀਟਰ एंड पी एफ इज इक्वल टू 0.36 सेंटीमीटर है। तो आप इनू दो मैथड ਨਾਲ कर सकते हैं स्टूडेंट्स। एक तो आप ई क्यू कढ़ के ई क्यू कढ़ लो तो एफ आर कढ़ लो, क्योंकि अपन को देखो पी क्यू टोटल लाइन दी भी है ई क्यू नहीं दी भी। पहला सो फस्ट ऑफ ऑल आप ई क्यू कढ़ ली। ई क्यू क्यू जी पी क्यू माइनस पी 1.28 माइनस 0.18 दैट इज इक्वल टू 1.1 भी लिख सकते हैं, 1.10 भी लिख सकते हैं, ठीक है जी। सिमिलरली एफ आर कढ़ लेने पे चो एफ आर कि इक्वल है जी अपने को पी आर माइनस पी एफ। पी आर कि जी 2.56 माइनस 0.36 ये कितना आ गया अपने को 2.20 सेंटीमीटर आ गई। हम आप फाइंड करनी जी रेशो की। सो पी ई अपॉन ई क्यू करता आप पी ई की वैल्यू कितनी है 0.18 अपॉन 1.1, ठीक है जी। इतने भी अपने को 1.10 भी ला लो, ठीक है। तो दो अपने डिस्ट पॉइंट आ जाएंगे, ये आ जाओ अपने को 18 क्योंकि पॉइंट ना दो ही पॉइंट कैंसल हो जाएंगे। इनू कट कर लो या जो अपने को 92 तो 55 1 ले लो जी। सिमिलरली पी एफ अपॉन एफ आर करना जी। हम पी एफ कितना जी अपने को देखो पी एफ 0.36 ये है जी अपने को 2.20 ये होगा 36 to 20, ठीक है जी। इन्होंने कट कर लेंगे ये भी क्या अपने को 9/55। देखो दो ही रेशो की होगी सेम हो गया। नाउ पी ई अपॉन ई क्यू दैट इज इक्वल टू पी एफ अपॉन एफ आर। हम इक्वल आ गए दूसरी साइड जी रेशो सेम है तो बाई कन्वर्स ऑफ मिड बी पी टी लिखते हैं बाई
ਕਨਵਰਸ ਆਫ BPT। देयरफॉर QR ਜਿਹੜੀ ਆਪਣੇ ਕੋਲ ਪੈਰਲਲ ਜਾਂ ਆਪਾਂ ਇਹ ਕਹਿ ਸਕਦੇ ਹਾਂ EF ਇਜ਼ ਪੈਰਲਲ ਟੂ QR। ਆਪਾਂ ਇਹ ਲਿਖ ਸਕਦੇ ਹਾਂ ਇਹਨੂੰ EF ਇਜ਼ ਪੈਰਲਲ ਟੂ QR ਦੀ। ਠੀਕ ਹੈ ਜੀ। ਸੋ ਇਸ ਤਰ੍ਹਾਂ ਸਟੂਡੈਂਟਸ ਆਪਾਂ ਫਾਈਂਡ ਕਰ ਸਕਦੇ ਹਾਂ ਰੇਸ਼ੋ ਜੀ। ਸੋ ਆਈ ਹੋਪ ਸਟੂਡੈਂਟ ਤੁਹਾਨੂੰ ਸਭ ਨੂੰ ਸਮਝ ਆਇਆ ਹੋਵੇਗਾ, ਪਰ ਫਿਰ ਵੀ ਜੇ ਕਿਸੇ ਸਟੂਡੈਂਟ ਨੂੰ ਕੋਈ ਡਾਊਟ ਹੈ ਤਾਂ ਮੈਨੂੰ ਕਾਲ ਜਾਂ ਮੈਸੇਜ ਕਰ ਸਕਦੇ। ਥੈਂਕਸ।